आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਨਾਨਕ ਦੀਨ ਸੁਤ ਚਿਰ ਜੀਵੀ ਜਗ ਮਾਹੇ। ਚਿਤ ਪੁੱਤਰ ਕੋ ਸ਼ੋਕ ਹਰ ਮੰਗਲ ਆਨੰਦ ਛਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰ ਰਹੇ ਸੀ। ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਇਹ ਸ਼ਬਦ ਸਰਵਣ ਕੀਤਾ, ਸਤਿਗੁਰ ਸਾਚੈ ਦੀਆ ਭੇਜ। ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਹੇ ਆਏ ਕੀਆ ਨਿਵਾਸ। ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਦਸੀ ਮਾਸੀ ਹੁਕਮ ਬਾਲਕ ਜਨਮ ਲੀਆ। ਮਿਟਿਆ ਸੋਗ ਮਹਾ ਆਨੰਦ ਥੀਆ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਅਚਿੰਤ ਏਕ ਲਿਵ ਲਾਇਆ। ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਪਾਣ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਪਵਿੱਤਰ ਸ਼ਬਦ ਆਪਾਂ ਸਰਵਣ ਕੀਤਾ ਹੈ। ਕੱਲ ਇਹਦੀ ਕਥਾ ਵੀ ਹੋਈ ਸੀ, ਕਿਉਂਕਿ ਕਥਾ ਚੱਲ ਰਹੀ 6ਵੇਂ ਪਾਤਸ਼ਾਹ ਦੇ ਅਵਤਾਰ ਦੀ। ਤੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਵੀ ਜਦੋਂ ਅੰਮ੍ਰਿਤ ਵੇਲੇ ਮਹਾਰਾਜ ਦਾ ਅਵਤਾਰ ਹੋਇਆ, ਹਾੜ ਦੇ ਮਹੀਨੇ 21 ਹਾੜ ਸੰਮਤ 1652 ਬਿਕਰਮੀ 1595 ਈਸਵੀ ਵਿੱਚ ਗੁਰੂ ਕੀ ਵਡਾਲੀ ਨਗਰ ਛਾਟਾ ਸਾਹਿਬ ਦੇ ਲਾਗੇ ਜੋ ਹੈ, ਮਾਤਾ ਜੀ ਮਾਤਾ ਗੰਗਾ ਜੀ ਦੇ ਉਦਰ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਵੇਲੇ ਇਹ ਸ਼ਬਦ ਉਚਾਰਿਆ। ਆਪਣੇ ਸਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਜੰਮਿਆ ਪੂਤ ਭਗਤ ਗੋਬਿੰਦ ਕਾ। ਦੂਸਰਾ ਸ਼ਬਦ ਬਿਲਾਵਲ ਵਿੱਚ ਉਚਾਰਿਆ, ਸਗਲ ਆਨੰਦ ਕੀਆ ਪਰਮੇਸ਼ਰ। ਆਪਣਾ ਬਿਰਦ ਸਮਾਰਿਆ, ਸਾਧ ਜਨਾ ਹੋਏ ਕਿਰਪਾਲਾ। ਬਿਗਸੇ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ। ਵੱਡੀ ਆਰਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ। ਰਹਾਉ ਵਣ ਤ੍ਰਿਣ ਤ੍ਰੇ ਭਵਨ ਹਰਿਆ ਹੋਏ, ਸਗਲੇ ਜੀ ਸੁਧਾਰਿਆ। ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਇਹ ਸ਼ੁਕਰਾਨੇ ਦੇ ਸ਼ਬਦ ਮਹਾਰਾਜ ਨੇ ਗਾਇਨ ਕੀਤੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀਆਂ ਖੁਸ਼ੀਆਂ ਦੀ ਖਬਰ ਸਾਰੇ ਪਾਸੇ ਪਸਰ ਰਹੀ ਹੈ। ਆਓ ਇਹ ਆਪਾਂ ਕਥਾ ਸੁਣੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਨਾਨਕ ਦੀਨ ਸੁਤ। ਮਹਾਰਾਜ 5ਵੇਂ ਪਾਤਸ਼ਾਹ ਫਰਮਾਉਂਦੇ ਵੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਭੁਜੰਗੀ ਦੀ ਸਪੁੱਤਰ ਦੀ ਦਾਤ ਬਖਸ਼ੀ ਹੈ। ਚਿਰ ਜੀਵੀ ਜਗ ਮਾਹੇ। ਜੋ ਚਿਰੰਜੀਵੀ ਬਾਲਕ, ਦੀਰਘ ਆਯੂ, ਲੰਮੀ ਆਰਜਾ ਵਾਲਾ, ਵੱਡੀ ਆਰਜਾ ਹਰ ਗੋਬਿੰਦ ਕੀ। ਐਸਾ ਪੁੱਤਰ ਮਹਾਰਾਜ ਨੇ ਦਿੱਤਾ ਹੈ। ਚਿਤ ਪੁੱਤਰ ਕੋ ਸ਼ੋਕ ਹਰ। ਜਿਹੜਾ ਪੁੱਤਰ ਨਾ ਹੋਣ ਦਾ ਦੁੱਖ ਸੀਗਾ ਉਹ ਵੀ ਦੂਰ ਹੋ ਗਿਆ ਹੈ। ਮੰਗਲ ਆਨੰਦੋ ਛਾਹੇ। ਔਰ ਵੱਡੀਆਂ ਭਾਰੀਆਂ ਖੁਸ਼ੀਆਂ ਗੁਰੂ ਘਰ ਦੇ ਵਿੱਚ ਹੋਈਆਂ, ਸੰਗਤਾਂ ਨੂੰ ਵੀ ਤੇ ਗੁਰੂ ਸਾਹਿਬ ਜੀ ਨੂੰ ਵੀ ਅਤੇ ਗੁਰੂ ਕੇ ਪਿਆਰਿਆਂ ਨੂੰ ਵੀ। ਹਾਂਜੀ। ਧਰਮ ਕਲਾ ਤੇ ਕੁਲ ਚਲੀ। ਇਹ ਧਰਮ ਕਲਾ ਹਰ ਬੰਧ ਬਹਾਲੀ। ਮਹਾਰਾਜ ਗੁਰੂ ਰਾਮਦਾਸ ਜੀ ਦੇ ਕੁਲ ਵਿੱਚ, ਪਰਿਵਾਰ ਵਿੱਚ ਇਹ ਗੁਰਤਾ ਗੱਦੀ ਰਹਿਣੀ ਹੈ। ਇਸ ਕਰਕੇ ਮਹਾਰਾਜ ਨੇ ਆਪ ਹੀ ਇਹ ਬਿਧ ਬਣਾਈ ਹੈ, ਧਰਮ ਕਲਾ ਹਰ ਬੰਧ ਬਹਾਲੀ। ਹਾਂਜੀ। ਮਨ ਚਿੰਦਿਆ ਫਲ ਪਾਏ। ਮਨ ਚਿੰਦੇ ਫਲ ਪ੍ਰਾਪਤ ਹੋ ਗਏ ਹਨ। ਹੋਏ ਪ੍ਰਸੰਨ ਨਾਨਕ ਗੁਰੂ। ਸ੍ਰੀ ਗੁਰੂ ਨਾਨਕ ਦੇਵ ਜੀ ਤੁਠੇ ਹਨ। ਗੁਰੂ ਨਾਨਕ ਤੁਠਾ
ਕੀਨੀ ਦਾਤ ਮਹਾਰਾਜ ਨੇ ਕਿਰਪਾ ਕੀਤੀ ਹੈ। ਦਾਤ ਨਾ ਛਪੈ ਛਪਾਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਦਾਤ ਗੁੱਝੀ ਛੰਨੀ ਨਾਹੀ ਬਾਤ, ਲੁੱਕੀ ਛਿਪੀ ਨਹੀਂ ਹੈ, ਇਹ ਛੁਪਾਇਆ ਵੀ ਨਹੀਂ ਛੁਪਣ ਵਾਲੀ, ਇਹ ਉਹਨਾਂ ਦੀ ਬਖਸ਼ਿਸ਼ ਹੈ। ਪ੍ਰਗਟ ਪਹਾਰੇ ਜਾਪਦਾ ਸਭ ਨਾਮੈ ਨੂੰ ਪ੍ਰਤਾਪ ਦਾ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਕਮਾਈ ਦਾ ਪ੍ਰਤਾਪ ਹੈ। ਹਾਂਜੀ। ਬੁੱਢਾ ਸਾਹਿਬ ਸਾਧ ਜਨ, ਮਹਾਪੁਰਸ਼ ਬ੍ਰਹਮ ਗਿਆਨੀ ਸਾਧੂ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਬਖਸ਼ਿਸ਼ ਕਿਰਪਾ ਹੋਈ ਹੈ। ਕਿਰਪਾ ਕਰੀ ਦੇਈ ਨੰਦ, ਉਹਨਾਂ ਨੇ ਬਖਸ਼ਿਸ਼ ਕਰਕੇ ਬਚਨ ਕੀਤਾ ਕਿ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਬਾਬਾ ਬੁੱਢਾ ਸਾਹਿਬ ਜੀ ਨੇ ਸਾਨੂੰ ਪੁੱਤਰ ਦੀ ਦਾਤ ਦਵਾਈ ਹੈ ਸਤਿਗੁਰੂ ਨਾਨਕ ਦੇਵ ਜੀ ਦੇ ਖਜ਼ਾਨੇ ਵਿੱਚੋਂ। ਬੜੀ ਬੈਸ ਕਲਿਆਣ ਜੁਤ, ਵੱਡੀ ਉਮਰ ਦੇ ਮਾਲਕ ਕਲਿਆਣ ਦੇ ਦਾਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਵੱਡੀ ਆਰਜਾ ਵਾਲਾ ਹੀ ਪੁੱਤਰ ਬਖਸ਼ਿਆ ਹੈ। ਹੋਏ ਹੈ ਹਰਿ ਗੋਬਿੰਦ, ਹਰਿ ਗੋਬਿੰਦ ਵੱਡੀ ਆਰਜਾ ਵਾਲਾ ਹੋਵੇਗਾ। ਵੱਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ। ਬੜਾ ਆਨੰਦ, ਬੜੀਆਂ ਹੀ ਖੁਸ਼ੀਆਂ, ਬੜੇ ਹੀ ਖੇੜੇ ਹੋਣਗੇ। ਹਾਂਜੀ। ਸੋਈਆ ਛੰਦ ਆਸਾ ਰਾਗ ਸਮੈ ਕੋ ਲਖ ਹਰ, ਆਸਾ ਰਾਗ ਸਮੈ ਕੋ ਲਖ ਕਰ, ਗਾਇਓ ਸ਼ਬਦ ਪ੍ਰੇਮ ਪ੍ਰਭ ਨਾਲ। ਦੁਤੀ ਬਦਾਵਲ ਮੰਗਲ ਸੂਚਕ, ਸ਼ਬਦ ਬਨਾਇਓ ਆਨੰਦ ਵਿਸਾਲ। ਇਸ ਵਈਏ ਛੰਦ ਦੀ ਚਾਲ ਹੈ। ਆਸਾ ਰਾਗ ਦਾ ਸਮਾਂ ਜਾਣ ਕਰਕੇ ਗਾਇਓ ਸ਼ਬਦ ਪ੍ਰੇਮ ਪ੍ਰਭ ਨਾਲ, ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਗਾਇਆ, ਸਤਿਗੁਰ ਸਾਚੈ ਦੀਆ ਭੇਜ। ਆਸਾ ਰਾਗ ਦਾ ਟਾਈਮ ਸੀ, ਅੰਮ੍ਰਿਤ ਵੇਲੇ ਦਾ, ਆਸਾ ਦੀ ਵਾਰ ਦਾ। ਉਦੋਂ ਹੀ ਗੁਰੂ ਸਾਹਿਬ ਨੇ ਸ਼ਬਦ ਗਾਇਆ, ਉਚਾਰਨ ਕੀਤਾ ਹੈ। ਦੁਤੀ ਬਿਲਾਵਲ ਮੰਗਲ ਸੂਚਕ, ਦੂਸਰਾ ਫਿਰ ਮੰਗਲ ਖੁਸ਼ੀ ਦਾ ਰਾਗ ਹੈ ਬਿਲਾਵਲ। ਉਹਦੇ ਵਿੱਚ ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਦ ਸਮਾਰਿਆ, ਇਹ ਸ਼ਬਦ ਉਚਾਰਨ ਕੀਤਾ ਹੈ। ਸ਼ਬਦ ਬਨਾਇਓ ਆਨੰਦ ਵਿਸਾਲ, ਆਪਣੇ ਸੁਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਇਹ ਪਾਵਨ ਸ਼ਬਦ ਸਤਿਗੁਰੂ ਜੀ ਸ਼ੁਕਰਾਨੇ ਵਜੋਂ ਉਚਾਰਨ ਕਰਦੇ ਹਨ। ਉਤਸਵ ਏਮ ਹੋਵਤ ਸ਼ੁਭ ਹਰਖਤ, ਇਸ ਪ੍ਰਕਾਰ ਨਾਲ ਬੜੇ ਸ਼ੁਭ ਉਤਸਵ ਹੋ ਰਹੇ ਨੇ, ਖੁਸ਼ੀਆਂ ਹੀ ਖੁਸ਼ੀਆਂ ਹੋ ਰਹੀਆਂ ਨੇ। ਭਈ ਪ੍ਰਭਾਤ ਉਦਿਓ ਅਨਸਮਾਲ, ਸਾਧ ਸੰਗਤ ਜੀ ਦਿਨ ਚੜ ਗਿਆ ਹੈ, ਭਾਗਾਂ ਵਾਲਾ ਸੁਲੱਖਣਾ ਦਿਨ ਚੜਿਆ ਹੈ। ਸੂਰਜ ਦਾ ਪ੍ਰਕਾਸ਼ ਧਰਤੀ ਤੇ ਪਿਆ ਹੈ। ਗ੍ਰਾਮ ਸਮਸਤ ਵਿਖੈ ਸੁਧ ਸੁਖ ਦਾ, ਸਾਰੇ ਨਗਰ ਗੁਰੂ ਕੀ ਵਡਾਲੀ ਵਿੱਚ ਸੁਖਦਾਈ ਖਬਰ ਪਸਰ ਗਈ ਹੈ। ਭਨ ਹੈ ਸੁਨ ਹੈ ਆਵ ਹੈ ਤਤਕਾਲ, ਜਿਹੜੇ ਜਿਹੜੇ ਇਹ ਖਬਰ ਸੁਣਦੇ ਨੇ ਉਸੇ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਵਧਾਈਆਂ ਦੇਣ ਆ ਜਾਂਦੇ ਨੇ। ਬੰਦਨ ਵਾਰ ਹਰਿਤ ਫਲ ਕਲ ਫੂਲਨ, ਸਾਧ ਸੰਗਤ ਜੀ ਅਨੇਕਾਂ ਤਰ੍ਹਾਂ ਦੇ ਹਰੇ ਹਰੇ ਪੱਤੇ, ਵਧੀਆ ਵਧੀਆ ਫੁੱਲ ਲੈ ਕੇ ਉਹਨਾਂ ਨੂੰ ਧਾਗੇ ਵਿੱਚ ਪਰੋ ਕੇ ਖੁਸ਼ੀ ਵਿੱਚ ਸਿੱਖਾਂ ਨੇ ਗੁਰੂ ਦੇ ਦਰ ਦੇ ਉੱਤੇ ਲਟਕਾ ਦਿੱਤੇ ਨੇ। ਪੁਰਾਣੇ ਜ਼ਮਾਨੇ 'ਚ ਖੁਸ਼ੀ ਮਨਾਉਣ ਦਾ ਇਹੀ ਤਰੀਕਾ ਹੁੰਦਾ ਸੀ। ਅੱਜ ਕੱਲ੍ਹ ਤੇ ਆਰਟੀਫਿਸ਼ਲ ਬੜਾ ਸਮਾਨ ਆ ਜਾਂਦਾ, ਝੜੀਆਂ, ਫੁੱਲ ਝੜੀਆਂ ਤੇ ਕਈ ਤਰ੍ਹਾਂ ਦੀਆਂ ਝੰਡੀਆਂ ਤੇ ਆਪਾਂ ਗੁਰਦੁਆਰਿਆਂ 'ਚ ਫੁੱਲ ਤੇ ਸਾਰਾ ਕੁਝ ਲਾਉਂਦੇ ਆ। ਉਹਨਾਂ ਦਿਨਾਂ ਵਿੱਚ ਇਹ ਚੀਜ਼ਾਂ ਆਰਟੀਫਿਸ਼ਲ ਨਹੀਂ ਸੀ ਹੁੰਦੀਆਂ, ਕੁਦਰਤੀ ਜਿਹੜੀਆਂ ਹੁੰਦੀਆਂ ਸੀ। ਜਿਵੇਂ ਫੁੱਲ ਹੁੰਦੇ ਸੀ ਹਰੇ ਹਰੇ ਪੱਤੇ, ਸੋਹਣੇ ਚਮੇਲੀ ਦੇ, ਗੇਂਦੇ ਦੇ, ਗੁਲਾਬ ਦੇ, ਇਦਾਂ ਦੇ ਫੁੱਲਾਂ ਦੀਆਂ ਮਾਲਾ ਲਟਕਾਈਆਂ ਜਾਂਦੀਆਂ ਸਨ। ਗੁਰੂ ਘਰ ਦੇ ਅੱਗੇ ਬੰਧਨਵਾਰ ਬੰਨੇ ਗਏ ਹਨ, ਦਰਵਾਜ਼ੇ ਦੇ ਅੱਗੇ ਅਨੇਕ ਬਰਨ ਕੀ ਰਚ ਕਰ ਸੋਏ, ਬੜੇ ਬੜੇ ਸੋਹਣੇ ਫੁੱਲਾਂ ਪੱਤਿਆਂ ਦੀਆਂ ਰਚ ਰਚ ਕੇ ਸੋਹਣੀਆਂ ਬੰਧਨਵਾਰਾਂ, ਖਾਸ ਕਰਕੇ ਅੰਬ ਦੇ ਪੱਤਿਆਂ ਨੂੰ ਪਰੋ ਕੇ ਟੰਗਣ ਦਾ ਅਜੇ ਵੀ ਦੱਖਣ ਭਾਰਤ ਵਿੱਚ ਰਿਵਾਜ ਦੇਖਿਆ ਜਾਂਦਾ। ਇੰਡੀਆ ਵਿੱਚ ਕਈ ਥਾਵਾਂ ਤੇ ਜਿਸ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਉੱਥੇ ਇਹ ਹਰੇ ਹਰੇ ਪੱਤੇ ਟੰਗ ਦਿੰਦੇ ਸੀ। ਉਹਦੇ ਨਾਲ ਇੱਕ ਤਾਂ ਖੁਸ਼ਬੂ ਵਧੀਆ ਆਉਂਦੀ ਸੀ, ਇੱਕ ਉਹਦੇ ਨਾਲ ਸਾਧ ਸੰਗਤ ਜੀ ਵਾਤਾਵਰਨ ਸਾਫ਼ ਸੁਥਰਾ ਹਰਿਆ ਭਰਿਆ ਨਜ਼ਰ ਆਉਂਦਾ ਸੀ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਬੂਹੇ ਤੇ ਬੰਧਨਵਾਰ ਲਾਏ ਟੰਗੇ ਗਏ ਹਨ। ਸ੍ਰੀ ਗੁਰ ਘਰ ਦਰ ਪਰ ਬਹੁ ਬੰਦੀ, ਸਤਿਗੁਰੂ ਅਰਜਨ ਦੇਵ ਜੀ ਦਾ ਜੋ ਘਰ ਗੁਰੂ ਕੀ ਬਡਾਲੀ ਦੇ ਵਿੱਚ ਹੈ, ਉਹਦੇ ਅੱਗੇ ਫੁੱਲਾਂ ਦੀਆਂ ਮਾਲਾ ਲਟਕਾ ਕੇ ਸਿੱਖ ਖੁਸ਼ੀਆਂ ਮਨਾ ਰਹੇ ਨੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਦੀਆਂ।
ਲਗ ਦੁੰਦਬ ਮਦਰੀ ਧੁਨ ਹੋਏ। ਨਿੱਕੇ ਨਿੱਕੇ ਨਗਾਰੇ ਮਿੱਠੀ ਮਿੱਠੀ ਧੁਨ ਵਿੱਚ ਵੱਜ ਰਹੇ ਨੇ। ਇੱਕ ਵੱਡੇ ਨਗਾਰੇ ਹੁੰਦੇ ਨੇ ਜੰਗੀ ਨਗਾਰੇ, ਇੱਕ ਹੁੰਦੇ ਨਿੱਕੇ ਨਗਾਰੇ, ਉਹਨਾਂ ਨੂੰ ਲਘੂ ਦੁੰਦਬ ਕਹਿੰਦੇ ਨੇ। ਉਹ ਖੁਸ਼ੀ ਦੇ ਸਮੇਂ ਵਜਾਏ ਜਾਂਦੇ ਨੇ। ਉਹਨਾਂ ਦੇ ਨਾਲ ਕਾਨੜੇ, ਨਫੀਰੀਆਂ, ਸ਼ਹਿਨਾਈਆਂ, ਇੱਦਾਂ ਦੇ ਬਾਜੇ ਵਜਾਏ ਜਾਂਦੇ। ਉਹ ਉਸ ਘਰ 'ਚ ਵਜਾਉਂਦੇ ਜਿੱਥੇ ਵਿਆਹ ਸ਼ਾਦੀ ਹੋਵੇ ਜਾਂ ਕੋਈ ਬੱਚਾ ਜਨਮ ਲੈਵੇ, ਉਸ ਘਰ ਦੇ ਵਿੱਚ ਉਹ ਵਜਾਏ ਜਾਂਦੇ। ਛੋਟੇ ਛੋਟੇ ਨਗਾਰੇ ਗੁਰੂ ਕੇ ਦਰਵਾਜ਼ੇ ਅੱਗੇ ਵਜਾਉਣ ਵਾਲੇ ਵਜਾ ਰਹੇ ਨੇ। ਅਬਲਾ ਲਲਿਤ ਕਲਿਤ ਬਰ ਬਸਤਰਨ, ਗੁਰੂ ਕੀ ਵਡਾਲੀ ਨਗਰ ਦੀਆਂ ਬੀਬੀਆਂ ਸੋਹਣੇ ਸੋਹਣੇ ਲਾਲ ਰੰਗ ਦੇ ਸੁੰਦਰ ਬਸਤਰ ਪਹਿਨ ਕਰਕੇ ਆਈਆਂ ਨੇ। ਜੇਵਰ ਜ਼ੇਬ ਅਜਾਇਬ ਜੋਏ, ਬੜੇ ਬੜੇ ਸੋਹਣੇ ਸੁੰਦਰ ਗਹਿਣੇ ਬਸਤਰ ਪਹਿਨੇ ਹੋਏ ਗੁਰਸਿੱਖ ਬੀਬੀਆਂ ਮਹਾਰਾਜ ਸਾਹਿਬ ਜੀ ਨੂੰ ਵਧਾਈਆਂ ਦੇਣ ਲਈ, ਮਾਤਾ ਗੰਗਾ ਜੀ ਨੂੰ ਵਧਾਈਆਂ ਦੇਣ ਲਈ, ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਨ ਲਈ ਆਈਆਂ ਹਨ। ਦੇਤ ਵਧਾਈ ਆਪਸ ਮਹਿ ਮਿਲ, ਆਪਸ ਵਿੱਚ ਮਿਲ ਕੇ ਵਧਾਈਆਂ ਦਿੰਦੇ ਇੱਕ ਦੂਜੀ ਨੂੰ ਕਿ ਵਧਾਈ ਹੋਵੇ, ਸੱਚੇ ਪਾਤਸ਼ਾਹ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। ਬੋਲ ਹੈ ਹਰਖ ਭਰੀ ਸਭ ਕੋਏ, ਖੁਸ਼ੀ ਵਿੱਚ ਇਹ ਬਚਨ ਬੀਬੀਆਂ ਮਾਈਆਂ ਕਰਦੀਆਂ ਹਨ। ਮ੍ਰਿਗ ਤ੍ਰਿਗ ਸ੍ਰਿਗ ਗਰੀਵਾ ਬਰ ਧਾਰੀ, ਕਹਿੰਦੇ ਬੜੇ ਬੜੇ ਸੁੰਦਰ ਜਿਨ੍ਹਾਂ ਦੇ ਨੇਤਰ ਹਨ, ਮਿਰਗ ਵਰਗੇ ਹਨ, ਔਰ ਜਿਨ੍ਹਾਂ ਦੀ ਗਰਦਨ ਬਹੁਤ ਪਤਲੀ ਔਰ ਸੁੰਦਰ ਸਰੂਪ ਹੈ। ਬਿਦ ਬਦਨੀ ਕਰ ਕਰ ਸ਼ਿਗਾਰ, ਜਿਨ੍ਹਾਂ ਦਾ ਚੰਦਰਮਾ ਵਰਗਾ ਸੁੰਦਰ ਮੁਖੜਾ ਹੈ, ਸ਼ਿੰਗਾਰ ਕਰ ਕਰਕੇ ਭਾਈ ਸਾਹਿਬ ਜੀ ਸ਼ਿੰਗਾਰ ਰਸ ਦੇ ਛੰਦ ਇੱਥੇ ਅਲੰਕਾਰ ਵਰਤ ਰਹੇ। ਕਿਉਂ ਜਿਹੋ ਜਿਹਾ ਮਾਹੌਲ ਹੋਵੇ ਨਾ, ਕਵੀ ਜਨ ਉਦਾਂ ਦੇ ਹੀ ਅਲੰਕਾਰ ਤੇ ਉਦਾਂ ਦੇ ਰਸ ਭਰਿਆ ਕਰਦੇ ਹਨ। ਇੱਥੇ ਸਾਧ ਸੰਗਤ ਦੀ ਖੁਸ਼ੀ ਦਾ ਮਾਹੌਲ ਹੈ। ਸਾਹਿਬਜ਼ਾਦੇ ਦੇ ਜਨਮ ਉੱਤੇ ਉਹ ਰਸ ਭਾਈ ਸਾਹਿਬ ਵਰਣਨ ਕਰ ਰਹੇ ਹਨ। ਕੋਕਿਲ ਕੰਠੀ ਗਾਵ ਹੈ ਗੀਤ, ਜਿਨ੍ਹਾਂ ਦੇ ਰੂਪ ਬੜੇ ਸੁੰਦਰ ਹਨ, ਜਿਨ੍ਹਾਂ ਦੇ ਗਲੇ ਬੜੇ ਸੁਰੀਲੇ ਹਨ, ਉਹ ਕੋਇਲ ਵਰਗੀ ਮਿੱਠੀ ਆਵਾਜ਼ ਵਿੱਚ ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਉਹ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਹਨ। ਦੇਤ ਪਰਸਪਰ ਹਸ ਹਸ ਗਾਰ, ਔਰ ਹੱਸ ਹੱਸ ਕੇ ਇੱਕ ਦੂਜੀ ਨੂੰ ਸਿੱਠਣੀਆਂ ਦਿੰਦੀਆਂ ਹਨ। ਦੇਵ ਬਦੂਟੀ ਕਪਟ ਬੇਸ ਧਰ, ਇੰਜ ਲੱਗਦਾ ਹੈ ਕਿ ਦੇਵਤਿਆਂ ਦੀਆਂ ਵਹੁਟੀਆਂ ਮਨੁੱਖੀ ਜਾਮਾਂ ਧਾਰਨ ਕਰਕੇ ਆ ਗਈਆਂ ਹੋਣ। ਮਦਰ ਮਦਰ ਸੁਰ ਮੰਗਲ ਚਾਰ, ਮਿੱਠੇ ਮਿੱਠੇ ਮੰਗਲ ਚਾਰ ਕਰਦੀਆਂ ਨੇ। ਗੁਰੂ ਅਰਜਨ ਦੇਵ ਜੀ ਵੀ ਇਸ ਤਰ੍ਹਾਂ ਦੇ ਬਚਨ ਕਈ ਵਾਰੀ ਨਾ ਸਾਡੇ ਅੱਜ ਕੱਲ੍ਹ ਨਵੇਂ ਭਰਾ ਜਿਹੜੇ ਨੇ ਉਹ ਕਹਿੰਦੇ ਜੀ ਇਹ ਕੀ ਗੱਲਾਂ ਲਿਖ ਦਿੱਤੀਆਂ ਕਵੀ ਸੰਤੋਖ ਸਿੰਘ ਹੋਰਾਂ ਨੇ। ਗੁਰਬਾਣੀ ਪੜ੍ਹਦੇ ਨੇ, ਗੁਰਬਾਣੀ 'ਚ ਵੀ ਲਿਖਿਆ ਹੈ, ਹਾ ਹਾ ਹੂ ਹੂ ਗੰਧਰਵ ਅਪਸਰਾ ਅਨੰਦ ਮੰਗਲ ਧੁਨ ਗਾਵਨੀ ਨੀਕੀ ਪ੍ਰਿਆ ਕੀ ਸੋਭ ਸੁਹਾਵਨੀ ਨੀਕੀ। ਮੇਰੇ ਵਾਹਿਗੁਰੂ ਦੀ ਪਿਆਰੇ ਦੀ ਸੋਭਾ ਬੜੀ ਨਿਆਰੀ। ਕੌਣ ਕੌਣ ਗਾ ਰਿਹਾ? ਹਾ ਹਾ ਹੂ ਹੂ, ਹਾ ਹਾ ਹੂ ਹੂ ਸਵਰਗ ਦੇ ਇੰਦਰ ਦੇ ਦਰਬਾਰ ਦੇ ਗਵਈਏ ਹਨ। ਇੱਕ ਦਾ ਨਾਂ ਹਾ ਹਾ ਹੈ, ਦੂਜੇ ਦਾ ਨਾਂ ਹੂ ਹੂ ਹੈ। ਉਹ ਗਾਉਂਦੇ ਹਾ ਹਾ ਹੂ ਹੂ ਗੰਧਰਵ ਅਪਸਰਾ। ਅਪਸਰਾ ਹੁੰਦੀਆਂ ਜਿਹੜੀਆਂ ਨੱਚਦੀਆਂ ਹਨ, ਉੱਥੇ ਡਾਂਸ ਕਰਦੀਆਂ ਹਨ। ਹਾ ਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ ਧੁਨ ਗਾਵਨੀ ਨੀਕੀ। ਉਹ ਵੀ ਪਰਮਾਤਮਾ ਦਾ ਹੀ ਜਸ ਗਾ ਰਹੀਆਂ। ਅੱਜ ਗੁਰੂ ਸਾਹਿਬ ਜੀ ਦੇ ਘਰ ਵਿੱਚ ਖੁਸ਼ੀ ਹੈ। ਮਦਰ ਮਦਰ ਸੁਰ ਮੰਗਲ ਚਾਰ, ਮਿੱਠੇ ਮਿੱਠੇ ਗੀਤ ਗਾਉਂਦੇ ਹਨ। ਭਈ ਭੀੜ ਕੋ ਸਕੈ ਪਛਾਨ, ਕਹਿੰਦੇ ਕੋ ਸਕੈ ਪਛਾਣ। ਇੰਨੀ ਭੀੜ ਹੈ ਵੀ ਪਛਾਣਿਆ ਨਹੀਂ ਜਾਂਦਾ ਵੀ ਇਹ ਦੇਵਤਿਆਂ ਦੀਆਂ ਵਹੁਟੀਆਂ ਹਨ ਕਿ ਗੁਰਸਿੱਖਾਂ ਦੀਆਂ ਪਤਨੀਆਂ ਹਨ। ਨਾ ਸੁੰਦਰ ਮੰਦਰ ਜੁਤ ਵਿਸਤਾਰ, ਸੁੰਦਰ ਮੰਦਰ ਜੁਤ ਵਿਸਤਾਰ ਨਾ ਇਸ ਪਾਸੇ ਹੈ। ਭਈ ਭੀੜ ਕੋ ਸਕੈ ਪਛਾਣ ਨਾ, ਸੁੰਦਰ ਮੰਦਰ ਜੁਤ ਵਿਸਥਾਰ। ਕੋਈ ਇੰਨੀ ਭੀੜ ਹੋ ਗਈ ਪਛਾਣ ਨਹੀਂ ਸਕੇ ਤੇ ਸੋਹਣਾ ਸੁੰਦਰ ਗੁਰੂ ਕਾ ਮਹਿਲ ਸ਼ੋਭਾ ਪਾ ਰਿਹਾ ਹੈ। ਗਗਨ ਗੋਪ ਹੋਏ ਸਰ ਬਰ ਆਏ, ਗਗਨ ਦੇ ਗੋਪ ਹੋਏ ਸੁਰਪੁਰ ਆਏ। ਕਹਿੰਦੇ ਦੇਵਤੇ ਗੋਪ ਗੁਪਤ ਰੂਪ ਵਿੱਚ ਦੇਵ ਲੋਕ ਤੋਂ ਆਏ ਹਨ। ਗੁਰ ਮੰਦਰ ਕੋ ਚਰਚ ਹੈ ਚਾਰ, ਗੁਰੂ ਸਾਹਿਬ ਜੀ ਦੇ ਮਹਿਲਾਂ ਉੱਤੇ ਚੰਦਨ ਦੀ ਬਰਖਾ ਸੁਗੰਧੀ ਕਰ ਰਹੇ ਹਨ।
ਮੰਜਲ ਫੂਲਨ ਅੰਜਲ ਭਰ ਭਰ। ਕਹਿੰਦੇ ਫੁੱਲਾਂ ਦੇ ਬੁੱਕ ਭਰ ਭਰ ਕੇ ਦੇਵਤੇ ਫੁੱਲ ਬਰਸਾ ਰਹੇ ਹਨ। ਚੰਦਨ ਕੇਸਰ ਘਸ ਘਸ ਡਾਰ। ਚੰਦਨ ਕੇਸਰ ਘਸ ਘਸ ਕੇ ਪਾਉਂਦੇ ਹਨ ਗੁਰੂ ਕੇ ਮਹਿਲਾਂ ਉੱਤੇ। ਅਨੇਕ ਸੁਗੰਧਨ ਸੀਚ ਹੈ ਰੁਚ ਕਰ। ਕਿ ਬੜੀਆਂ ਹੀ ਸੁਗੰਧੀਆਂ ਦੀ ਪਰਖਾ ਦੇਵਤੇ ਕਰਦੇ ਹਨ। ਰਚ ਰਚ ਰੁਚਰ ਕੁਸਮ ਬਿਸਤਾਰ। ਬੜੇ ਬੜੇ ਸੋਹਣੇ ਫੁੱਲ ਸੁੰਦਰ ਫੁੱਲ ਉਤੋਂ ਬਰਸਾਏ ਜਾ ਰਹੇ ਨੇ। ਧੂਪ ਧੁਕਾਵਤ ਬੰਧਨ ਧਾਰਤ। ਧੂਫਾਂ ਧੁਖਾਉਂਦੇ ਹਨ ਤੇ ਮੱਥਾ ਟੇਕਦੇ ਹਨ। ਉਸ ਮਹਿਲ ਨੂੰ ਮੱਥਾ ਟੇਕਦੇ ਹਨ ਜਿਸ ਮਹਿਲ ਵਿੱਚ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਮਹਾਰਾਜ ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਹੈ। ਕਰਤ ਸਤਤ ਕੋ ਬਚਨ ਉਚਾਰ। ਸਭ ਦੇਵਤੇ ਗੁਰੂ ਦੀ ਉਸਤਤ ਕਰ ਰਹੇ ਨੇ। ਗੁਰ ਜੈਸਾ ਨਾਹੀ ਕੋ ਦੇਵ। ਸਾਧ ਸੰਗਤ ਜੀ ਜਿੰਨੇ ਦੇਵੀ ਦੇਵਤੇ ਹਨ ਇਹ ਗੁਰੂ ਨਾਨਕ ਸਾਹਿਬ ਦਾ ਜਸ ਗਾਉਂਦੇ ਹਨ। ਗਾਵਣ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਗੁਰੂ ਸਭ ਤੋਂ ਵੱਡਾ ਹੈ। ਗੁਰ ਜੈਸਾ ਨਾਹੀ ਕੋ ਦੇਵ। ਸੋ ਸਤਿਗੁਰੂ ਜੀ ਦੀ ਸਭ ਦੇਵੀ ਦੇਵਤੇ ਉਸਤਤ ਕਰਦੇ ਹਨ। ਭਾਨ ਗਿਆਨ ਕੇ ਸ਼ਾਂਤ ਰੂਪ ਬਰ। ਧੰਨ ਗੁਰੂ ਅਰਜਨ ਦੇਵ ਜੀ ਗਿਆਨ ਦੇ ਸੂਰਜ ਹਨ। ਧੰਨ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੀ ਮੂਰਤ ਹਨ। ਹਾਂਜੀ। ਸਤ ਸੰਤੋਖ ਛਿਮਾ ਗੁਣ ਬ੍ਰਿੰਦ। ਸਤ ਸੰਤੋਖ ਖਿਮਾ ਕਰ ਦੇਣਾ ਇਹੋ ਜਿਹੇ ਜਿਹੜੇ ਦੇਵੀ ਗੁਣ ਹਨ ਚੰਗੇ ਗੁਣ ਹਨ ਜਿਹੜੇ ਇੱਕ ਨੇਕ ਮਹਾਪੁਰਸ਼ ਮਹਾਤਮਾ 'ਚ ਹੋਣੇ ਚਾਹੀਦੇ ਹਨ। ਹਾਂਜੀ। ਸ੍ਰੀ ਅਰਜਨ ਸਿਰਜਨ ਸੁਖ ਦਾਸਨ। ਇਹ ਸਾਰੇ ਗੁਣ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਜੀ ਦੇ ਵਿੱਚ ਮੌਜੂਦ ਹਨ। ਸੱਚੇ ਪਾਤਸ਼ਾਹ ਦੇਵੀ ਸ਼ਕਤੀਆਂ ਦੇ ਮਾਲਕ ਹਨ। ਉਹਨਾਂ ਵਿੱਚ ਸਾਰੇ ਹੀ ਸ਼ੁਭ ਗੁਣ ਦੇਵੀ ਗੁਣ ਬਿਰਾਜਮਾਨ ਹਨ। ਮਹਿਮਾ ਮਹਾ ਚਰਨ ਅਰਬਿੰਦ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨ ਕਮਲਾਂ ਦੀ ਮਹਿਮਾ ਮਹਾਨ ਹੈ। ਰਹਿਸ ਕੀਓ ਸੁਰ ਦੇਵ ਤੋਹੇ ਜਸ ਜੈ ਜਹ ਜੰਪਹਿ। ਅਸੁਰ ਗਏ ਤੇ ਭਾਗ ਪਾਪ ਤਿਨ ਪੀਤਰ ਕੰਪਹਿ। ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਣ ਪ੍ਰਿਥਮੀ ਗੁਰੂ ਅਰਜਨ ਕੋ ਦੇ ਆਇਓ। ਧੰਨ ਗੁਰੂ ਅਰਜਨ ਦੇਵ ਜੀ ਦਾ ਜਸ ਦੇਵਤੇ ਕਰ ਰਹੇ ਹਨ। ਕੇਵਲ ਨਰਨ ਕਲਿਆਣ ਕਰਨੇ। ਕੇਵਲ ਮਨੁੱਖਾਂ ਦਾ ਕਲਿਆਣ ਕਰਨ ਵਾਸਤੇ ਕਾਇਆ ਧਰੀ ਸੋ ਛੰਦ ਮੁਕੰਦ। ਮਹਾਰਾਜ ਨੇ ਮਨੁੱਖੀ ਜਾਮਾ ਧਾਰਨ ਕੀਤਾ। ਮਹਾਰਾਜ ਮਨੁੱਖੀ ਜਾਮੇ ਦੇ ਨਹੀਂ ਹਨ। ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦਸੇ ਪਾਤਸ਼ਾਹੀਆਂ ਪਰਮੇਸ਼ਰ ਅਕਾਲ ਪੁਰਖ ਦੀ ਜੋਤ ਸਾਡਾ ਭਲਾ ਕਰਨ ਲਈ ਮਨੁੱਖੀ ਜਾਮੇ 'ਚ ਆਏ ਹਨ। ਇਹ ਗੱਲ ਭਾਈ ਗੁਰਦਾਸ ਜੀ ਇਸ ਤਰ੍ਹਾਂ ਲਿਖਦੇ ਹਨ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਇੱਕ ਰੋਮ ਦੇ ਵਿੱਚ ਜਿਹਦੇ ਕਰੋੜਾਂ ਬ੍ਰਹਮੰਡ ਹੋਣ ਉਹ ਪਰਮੇਸ਼ਰ ਮਨੁੱਖੀ ਜਾਮਾ ਧਾਰਨ ਕਰਕੇ ਕਿਉਂ ਆਇਆ? ਕਿਉਂਕਿ ਮਨੁੱਖਾਂ ਨੂੰ ਦਰਸ਼ਨ ਦੇਣੇ ਸੀ। ਮਨੁੱਖ ਉਸ ਵਿਸ਼ਾਲ ਰੂਪ ਦਾ ਦਰਸ਼ਨ ਕਰ ਨਹੀਂ ਸਕਦਾ। ਪਰਮੇਸ਼ਰ ਦਾ ਸਰੂਪ ਵੱਡਾ ਹੈ, ਵਿਸ਼ਾਲ ਹੈ, ਮਨੁੱਖ ਦੀ ਨਜ਼ਰ ਛੋਟੀ ਹੈ। ਅਸੀਂ ਕਦੀ ਨਹੀਂ ਦੇਖ ਸਕਦੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਿਵੇਂ ਬੁਲਬੁਲਾ ਸਮੁੰਦਰ ਨੂੰ ਨਹੀਂ ਦੇਖ ਸਕਦਾ। ਅਸੀਂ ਪਰਮੇਸ਼ਰ ਨੂੰ ਕਿਵੇਂ ਦੇਖ ਸਕਦੇ ਹਾਂ? ਅਸੀਂ ਤਾਂ ਉਹਦੇ ਵਿੱਚ ਛੋਟੇ ਜਿਹੇ ਜੀਵ ਜੰਤੂ ਹਾਂ। ਤਾਂ ਪਰਮੇਸ਼ਰ ਦਰਸ਼ਨ ਦੇਣ ਲਈ ਸਾਡੇ ਵਰਗਾ ਬਣ ਕੇ ਆਇਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਧਾਰਨ ਕੀਤਾ। ਸੋ ਕਵੀ ਜੀ ਲਿਖਦੇ ਹਨ ਕਿ ਕੇਵਲ ਨਰਨ ਕਲਿਆਣ ਕਾਰਣੇ ਕਾਇਆ ਧਰੀ ਸੁਛੰਦ ਮੁਕੰਦ। ਮਨੁੱਖਾਂ ਦੇ ਕਲਿਆਣ ਲਈ ਇਹ ਕਾਇਆ ਇਹ ਸਰੀਰ ਇਹ ਧਾਰਨ ਕੀਤਾ ਹੈ ਸਤਿਗੁਰੂ ਜੀ ਨੇ। ਜਨਮਿਓ ਪੁੱਤਰ ਆਪ ਕੇ ਜੋਧਾ। ਮਹਾਰਾਜ ਆਪ ਜੀ ਦੇ ਘਰ ਬੜਾ ਜੋਧਾ ਪੁੱਤਰ ਪੈਦਾ ਹੋਇਆ ਹੈ। ਰਣਪ੍ਰੀ ਨਾਮ ਸੋ ਹਰ ਗੋਬਿੰਦ। ਇਹ ਰਣ ਪਿਰਿਆ ਹੋਵੇਗਾ। ਰਣ ਪਿਰੇ ਕਹਿੰਦੇ ਨੇ ਮੈਦਾਨੇ ਜੰਗ ਨੂੰ ਪਿਆਰ ਕਰਨ ਵਾਲਾ। ਯੁੱਧ ਦੀ ਭੂਮੀ ਦੇ ਵਿੱਚ ਸੂਰਮਿਆਂ ਤਰ੍ਹਾਂ ਜੂਝਣਾ ਸਾਰਿਆਂ ਦੇ ਵੱਸ ਦੀ ਗੱਲ ਥੋੜਾ ਹੈ ਸਾਧ ਸੰਗਤ ਜੀ। ਕਾਇਰਾਂ ਦੀ ਬੁਝਦਿਲਾਂ ਦੀ ਕੀ ਮਜਾਲ ਹੈ? ਉਹ ਮੈਦਾਨੇ ਜੰਗ 'ਚ ਨਿੱਤਰ ਜਾਣਗੇ। ਇਹ ਤਾਂ ਬਹਾਦਰ ਯੋਧੇ ਹੀ ਸੀਸ ਤਲੀ ਤੇ ਧਰ ਕੇ ਲੜਿਆ ਕਰਦੇ ਜਿਨ੍ਹਾਂ ਨੇ ਆਪਣੀ ਜਾਨ ਤਲੀ ਤੇ ਧਰੀ ਹੁੰਦੀ। ਇਹ ਰਣ ਪਿਰਿਆ ਹੋਵੇਗਾ। ਮੈਦਾਨੇ ਜੰਗ ਦੇ ਨਾਂ ਤੋਂ ਇਹਨੂੰ ਚਾਹ ਚੜ ਜਾਏਗਾ। ਰਣ ਦੇਖ ਸੂਰੇ ਚਿੱਤ ਉਲਾਸ।
ਇਹ ਵੱਡੇ ਵੱਡੇ ਯੁੱਧ ਕਰੇਗਾ। ਗਾਹਕ ਦੁਸ਼ਟਨ ਗ੍ਰਾਹਕ ਗੁਣ ਕੋ, ਇਹ ਦੁਸ਼ਟਾਂ ਨੂੰ ਸਾੜਨ ਵਾਲਾ, ਉਹਨਾਂ ਦਾ ਨਾਸ ਕਰਨ ਵਾਲਾ, ਗੁਣਾਂ ਦਾ ਗਾਹਕ ਹੋਵੇਗਾ। ਚਾਹਕ ਧਰਮ ਸੁਬਾਹੋ ਜਵਾਨ, ਇਹ ਕਹਿੰਦੇ ਧਰਮ ਨੂੰ ਚਾਹਣ ਵਾਲਾ ਹੋਵੇਗਾ ਤੇ ਬਾਹੂਬਲੀ ਬੜਾ ਜਵਾਨ ਹੋਵੇਗਾ। ਐਡਾ ਜਵਾਨ ਕੋਈ ਹੋਇਆ ਨਹੀਂ ਜਿਹੜੇ ਮਹਾਰਾਜ ਛੇਵੇਂ ਪਾਤਸ਼ਾਹ ਹੋਏ। ਅੱਜ ਵੀ ਤੁਸੀਂ ਕਢਾਣੀ ਕਲਾ ਚਲੇ ਜਾਓ, ਉਦਰਾਏ ਦੇ ਲਾਗੇ ਨਗਰ ਹੈ, ਉੱਥੇ ਮਹਾਰਾਜ ਦਾ ਚੋਲਾ ਪਿਆ ਛੇਵੇਂ ਪਾਤਸ਼ਾਹ ਜੀ ਦਾ। ਸਾਧ ਸੰਗਤ ਜੀ 52 ਕਲੀਆਂ ਵਾਲਾ ਚੋਲਾ ਸਤਿਗੁਰਾਂ ਦਾ, ਦੇਖੋ ਪਤਾ ਲੱਗਦਾ ਵੀ ਮਾੜੇ ਮੋਟੇ ਦਰਵਾਜ਼ੇ ਚੋਂ ਨਹੀਂ ਲੰਘ ਸਕਦੇ, ਐਡੀ ਚੌੜੀ ਛਾਤੀ ਸੀ ਮਹਾਰਾਜ, ਐਡੇ ਬਲੀ ਯੋਧੇ ਸਨ। ਹਾਂਜੀ, ਸ਼ਸਤਰ ਧਰਹਿ ਸੰਗਰਾਮ ਕਰਹਿ ਵੱਡ, ਬੜੇ ਸ਼ਸਤਰ ਧਾਰੀ ਮੀਰੀ ਪੀਰੀ ਦੇ ਮਾਲਕ ਹੋਣਗੇ, ਵੱਡੇ ਵੱਡੇ ਯੁੱਧ ਕਰਨਗੇ। ਅਨਹਿ ਤੁਰਕ ਕੋ ਦਲ ਬਲਵਾਨ, ਇਹ ਦੁਸ਼ਟਾਂ ਜ਼ਾਲਮਾਂ ਪਾਪੀਆਂ ਦੇ ਦਲਾਂ ਨੂੰ ਮਾਰ ਕੇ ਮੈਦਾਨੇ ਜੰਗ ਚ ਭਾਜੜਾ ਪਾ ਦੇਣਗੇ। ਦੀਨਨ ਦਾਸਨ ਸਹਿਤੋ ਪਾਸਨ, ਇਹ ਆਪਣੇ ਦਾਸਾਂ ਨੂੰ ਬਖਸ਼ਿਸ਼ਾਂ ਦੇਣਗੇ, ਭਗਤੀ ਸਿਮਰਨ ਦੇ ਲੜ ਲਾਣਗੇ, ਉਹਨਾਂ ਨੂੰ ਨਾਮ ਵੀ ਜਪਾਣਗੇ। ਸਿਮਰਨ ਭਗਤੀ ਦੇ ਨਾਲ ਨਾਲ ਉਹਨਾਂ ਦੇ ਅੰਦਰ ਵੀਰ ਰਸ ਦਾ ਸੰਚਾਰ ਵੀ ਕਰਨਗੇ। ਤਿੰਨ ਕੋ ਰੱਛਕ ਹੋਏ ਮਹਾਨ, ਇਹ ਮਹਾਰਾਜ ਗਰੀਬ ਦਾਸਾਂ ਦੇ ਰੱਖਿਅਕ ਹੋਣਗੇ, ਜਿਨ੍ਹਾਂ ਦਾ ਗਰੀਬਾਂ ਦਾ ਕੋਈ ਰਾਖਾ ਨਹੀਂ ਬਣੇਗਾ। ਇਹ ਦੀਨ ਦੁਨੀਆ ਦੇ ਰਾਖੇ ਹੋਣਗੇ। ਹਾਂਜੀ, ਨਹੀਂ ਅਰਨ ਕੋ ਅਰਨ ਦਹੇਂਗੇ, ਇਹ ਵੈਰੀਆਂ ਨੂੰ ਆਪਣੇ ਸਾਹਮਣੇ ਅੜਨ ਨਹੀਂ ਦੇਣਗੇ। ਅਰਨ ਦਾ ਅਰਥ ਹੁੰਦਾ ਹੈ ਵੈਰੀ, ਤੇ ਅੜਨ ਦਾ ਮਤਲਬ ਹੁੰਦਾ ਅੜਨਾ। ਇਹ ਵੈਰੀਆਂ ਨੂੰ ਅੜਨ ਨਹੀਂ ਦੇਣਗੇ, ਕੋਈ ਵੈਰੀ ਇਹਨਾਂ ਦੇ ਸਾਹਮਣੇ ਅੜ ਨਹੀਂ ਸਕੇਗਾ, ਖੜ ਨਹੀਂ ਸਕੇਗਾ। ਅਰਨ ਕਰਹਿ ਰਨ ਅਰਨ ਸਮਾਨ, ਇਹ ਧਰਤੀ ਨੂੰ ਲਹੂ ਦੇ ਨਾਲ ਲਾਲ ਕਰ ਦੇਣਗੇ, ਰੰਗ ਦੇਣਗੇ ਜ਼ਾਲਮਾਂ ਦੇ ਲਹੂ ਦੇ ਨਾਲ। ਅਰਨ ਕਰਹਿ ਰਣ ਅਰਨ ਸਮਾਨ। ਸਾਧ ਸੰਗਤ ਜੀ, ਜਿਵੇਂ ਸੂਰਜ ਹੁੰਦਾ ਨਾ ਲਾਲ, ਏਦਾਂ ਇਹਨਾਂ ਦਾ ਤੇਜ ਪ੍ਰਤਾਪ ਹੋਵੇਗਾ। ਨਮਸਕਾਰ ਕਰ ਸੁਰਗ ਸਿਧਾਰੇ, ਇਸ ਤਰ੍ਹਾਂ ਸਾਰੇ ਦੇਵੀ ਦੇਵਤੇ ਨਮਸਕਾਰਾਂ ਕਰਕੇ ਆਪਣੇ ਧਾਮ ਨੂੰ ਚਲੇ ਗਏ ਹਨ। ਗੁਰ ਕੇ ਚਰਤ ਉਚਾਰਤ ਜਾਤ, ਜਾਂਦੇ ਹੋਏ ਦੇਵੀ ਦੇਵਤੇ ਵੀ ਗੁਰੂ ਸਾਹਿਬ ਦਾ ਜਸ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਬੜੇ ਮਹਾਨ ਵੱਡੇ ਸਤਿਗੁਰੂ, ਉਹਨਾਂ ਦੀ ਗੱਦੀ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਇਸ ਤਰ੍ਹਾਂ ਦੇਵਤੇ ਗੁਰੂਆਂ ਦਾ ਜਸ ਕਰਦੇ ਸੀ। ਸਾਧ ਸੰਗਤ ਜੀ ਹੁਣ ਵੀ ਕਰਦੇ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹਨ ਨਾ ਗੁਰੂ ਦੀ ਜੋਤਾਂ, ਇਹ ਕਿਤੇ ਆਈਆਂ ਗਈਆਂ ਥੋੜਾ, ਇਹ ਸਦਾ ਹੀ ਪ੍ਰਕਾਸ਼ ਰੂਪ ਹਨ। ਹਾਂਜੀ, ਕਲਯੁਗ ਵਿਖੇ ਪ੍ਰਕਾਸ਼ ਪੰਥ ਕੋ, ਕਹਿੰਦੇ ਕਲਯੁਗ ਦੇ ਵਿੱਚ ਇਹ ਪੰਥ ਦਾ ਪ੍ਰਕਾਸ਼ ਕਰਨਗੇ। ਸਤ ਨਾਮ ਸਿਮਰਨ ਅਵਦਾਤ, ਇਹ ਐਸਾ ਰਸਤਾ ਬਣਾਉਣਗੇ ਜਿਹਦੇ ਤੇ ਚੱਲ ਕੇ ਹਰ ਪ੍ਰਾਣੀ ਦਾ ਉਪਧਾਰ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਸਤਿਨਾਮ ਦਾ ਮੰਤਰ ਦ੍ਰਿੜ ਕਰਾਇਆ ਹੈ, ਸਾਰੀ ਦੁਨੀਆ ਨੂੰ ਵਾਹਿਗੁਰੂ ਸਿਮਰਨ ਦੀ ਦਾਤ ਦਿੱਤੀ ਹੈ। ਹਾਂਜੀ, ਵੱਡੇ ਭਾਗ ਨਰ ਅੰਗੀਕਾਰ ਹੈ, ਵੱਡੇ ਭਾਗਾਂ ਵਾਲੇ ਉਹ ਲੋਕ ਹੋਣਗੇ ਜਿਹੜੇ ਇਹਨਾਂ ਦਾ ਪੰਥ ਅੰਗੀਕਾਰ ਕਰਨਗੇ, ਜਿਹੜੇ ਗੁਰਮਤਿ ਮਾਰਗ ਤੇ ਚੱਲਣਗੇ। ਸਮਝੋ ਉਹਨਾਂ ਦੀ ਕਿਸਮਤ ਚੰਗੀ ਹੋਵੇਗੀ। ਪਾਵਹਿ ਮੁਕਤ ਹਿਰਦੈ ਕਰ ਸ਼ਾਂਤ, ਉਹ ਮੁਕਤੀ ਪ੍ਰਾਪਤ ਕਰ ਲੈਣਗੇ, ਉਹਨਾਂ ਦਾ ਮਨ ਸ਼ਾਂਤ ਹੋ ਜਾਵੇਗਾ। ਜੋਗ ਭੋਗ ਮਹਿ ਹਰਖ ਸੋਗ ਮਹਿ, ਇਹੋ ਜਿਹੇ ਬੰਦੇ ਜੋਗ ਵਿੱਚ ਹੋਣ ਚਾਹੇ ਭੋਗ ਵਿੱਚ ਹੋਣ, ਭਾਵ ਸੰਨਿਆਸੀ ਹੋਣ ਚਾਹੇ ਗ੍ਰਸਤੀ ਹੋਣ, ਉਹ ਪੂਰਨ ਹੋ ਜਾਣਗੇ ਜਿਹੜੇ ਇਹਨਾਂ ਦੇ ਲੜ ਲੱਗਣਗੇ। ਸਾਧ ਸੰਗਤ ਜੀ, ਅਸੀਂ ਕਈ ਵਾਰੀ ਨਾ ਇੱਕ ਪਾਸੜ ਹੋ ਜਾਂਦੇ ਹਾਂ। ਗੁਰੂ ਘਰ ਦੇ ਵਿੱਚ ਗ੍ਰਸਤੀਆਂ ਦੀ ਵੱਡੀ ਵਡਿਆਈ ਹੈ, ਗ੍ਰਸਤੀਆਂ ਦਾ ਬੜਾ ਮਾਣ ਸਤਿਕਾਰ ਹੈ, ਗ੍ਰਸਤ ਧਰਮ ਨੂੰ ਪ੍ਰਧਾਨ ਕਿਹਾ ਹੈ। ਪਰ ਸਾਰੇ ਗ੍ਰਸਤੀ ਨਹੀਂ ਬਣਾਏ। ਬਾਬਾ ਸ੍ਰੀ ਚੰਦ ਜੀ ਬਿਹੰਗਮ ਰਹੇ ਹਨ, ਭਾਈ ਗੁਰਦਾਸ ਜੀ ਬਿਹੰਗਮ ਰਹੇ, ਭਾਈ ਸੁਸਰਾ ਸ਼ਾਹ ਜੀ ਬਿਹੰਗਮ ਰਹੇ ਹਨ, ਭਾਈ ਭਗਤ ਭਗਵਾਨ ਗਿਰ ਜੀ ਉਹ ਉਦਾਸੀਨ ਸਾਧੂ ਮਹਾਤਮਾ, ਬਾਬਾ ਅਲਮਸਤ ਜੀ, ਬਾਬਾ ਦੀਪ ਸਿੰਘ ਜੀ, ਇਹ ਸਾਰੇ ਜੋਗੀ ਮਹਾਪੁਰਸ਼ ਹੋਏ। ਤੇ ਭੋਗੀ ਕਹਿੰਦੇ ਜੇ ਗ੍ਰਸਤੀਆਂ ਨੂੰ, ਸੰਸਾਰੀਆਂ ਨੂੰ, ਸਾਡੇ ਵਰਗੇ ਜਿਹੜੇ ਗ੍ਰਸਤ ਵਿੱਚ ਹਨ, ਗੁਰੂ ਘਰ ਦੇ ਵਿੱਚ ਦੋਵੇਂ ਹੀ ਪ੍ਰਵਾਨ, ਗੁਰਮੁਖ ਗਿਰਹੀ ਉਦਾਸੀ ਪ੍ਰਵਾਨ। ਗੁਰਮੁਖ ਗਿਰਹੀ ਹੋਵੇ ਭਾਵੇਂ ਉਦਾਸੀ ਹੋਵੇ, ਘਰ ਵਿੱਚ ਹੀ ਉਦਾਸ ਕਰਕੇ ਪ੍ਰਵਾਨ ਕਰਤਾ। ਤੇ ਉਦਾਸੀ ਨੂੰ ਵੀ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਰੋਟੀਆਂ ਮੰਗ ਕੇ ਖਾਈ ਜਾਵੇ, ਉਹਨੂੰ ਵੀ ਸਮਾਜ ਦੀ ਸੇਵਾ ਚ ਲਾ ਦਿੱਤਾ। ਇਸ ਕਰਕੇ ਗੁਰੂ ਘਰ ਦਾ ਬੈਲੈਂਸ ਬੜਾ ਸੁੰਦਰ ਹੈ। ਜੋਗ ਭੋਗ ਮੈਂ ਹਰਖ ਸੋਗ ਮੈਂ, ਭਾਵੇਂ ਉਹ ਗ੍ਰਸਤੀ ਹੋਣ ਭਾਵੇਂ ਉਦਾਸੀਨ ਹੋਣ,
ਭਾਵੇਂ ਹਰਖ ਵਿੱਚ ਹੋ ਭਾਵੇਂ ਖੁਸ਼ੀ ਵਿੱਚ ਕਿਸੇ ਤਰ੍ਹਾਂ ਦਾ ਸਮਾਂ ਹੋਵੇ। ਹਾਂਜੀ, ਸਿਮਰਹਿ ਸਦਾ ਹੁਕਮ ਪ੍ਰਭ ਦਾਤ। ਇਹ ਗੁਰੂ ਕੇ ਸਿੱਖ ਪਰਮੇਸ਼ਰ ਦਾ ਭਾਣਾ ਮੰਨਣਗੇ, ਵਾਹਿਗੁਰੂ ਦਾ ਸਿਮਰਨ ਕਰਕੇ ਉਹਦੀਆਂ ਦਾਤਾਂ ਲੈਣਗੇ ਨਾਮ ਦੀਆਂ। ਹਾਂਜੀ, ਜਾਚਕ ਜਾਚਤ ਜੋ ਚਿਤ ਬਾਂਛਤ। ਉਸ ਵੇਲੇ ਗੁਰੂ ਅਰਜਨ ਦੇਵ ਜੀ ਕੋਲੋਂ ਜਿਹੜਾ ਮੰਗਤਾ ਆ ਕੇ ਜੋ ਵੀ ਮੰਗ ਰਿਹਾ ਸੀ, ਗੁਰ ਅਰਜਨ ਮਨ ਮਹਿਦ ਉਦਾਰ। ਖੁੱਲੇ ਦਿਨੀ ਮਹਾਰਾਜ ਗੁਰੂ ਅਰਜਨ ਦੇਵ ਜੀ ਦਾਤਾਂ ਵੰਡ ਰਹੇ ਸਨ। ਢਾਡੀ ਡੋਮ ਭਾਟ ਬਹੁ ਆਏ। ਉਸ ਵੇਲੇ ਢਾਡੀ ਡੂਮ ਸਾਧ ਸੰਗਤ ਜੀ ਰਾਸ਼ੀ ਜਾਤ ਨੂੰ ਕਹਿੰਦੇ ਹਨ। ਜਿਵੇਂ ਬਾਣੀ ਚਾਹੁੰਦਾ ਨਾ, ਸੱਤੇ ਡੂਮ ਆਖੀ ਰਾਮ ਕਲੀ ਕੀ ਵਾਰ, ਸੱਤਾ ਡੂਮ ਆਖੀਏ ਬਾਣੀ ਵਚਨ ਆਉਂਦਾ ਹੈ। ਤੋ ਉਹ ਸੱਤਾ ਤੇ ਬਲਵੰਡ ਜਿਹੜੇ ਡੂਮ ਸਨ, ਉਸ ਤੋਂ ਇਲਾਵਾ ਹੋਰ ਵੀ ਮਰਾਸ਼ੀਆਂ ਦੀ ਬਰਾਦਰੀ ਦੇ ਡੂਮ ਗੁਰੂ ਘਰ 'ਚ ਆਉਂਦੇ। ਹੁਣ ਵੀ ਪੰਜਾਬ 'ਚ ਵਿਆਹ ਸ਼ਾਦੀ ਹੋਵੇ, ਕੋਈ ਖੁਸ਼ੀ ਦਾ ਸਮਾਂ ਹੋਵੇ, ਮਰਾਸ਼ੀ ਜ਼ਰੂਰ ਆਉਂਦੇ ਹਨ। ਉਹ ਵਿਚਾਰੇ ਲੋਕਾਂ ਕੋਲੋਂ ਲੋਕਾਂ ਦਾ ਜਸ ਗਾ ਕੇ ਤੇ ਥੋੜਾ ਬਾੜਾ ਧਨ ਪਦਾਰਥ ਲੈ ਕੇ ਜਾਂਦੇ ਹਨ। ਗੁਰੂ ਘਰ ਵਿੱਚ ਢਾਡੀ ਡੂਮ ਭੱਟ ਬਹੁਤ ਆ ਗਏ ਹਨ। ਗਾਏ ਕਲਾਵਤ ਮੰਗਲ ਚਾਰ। ਉਹ ਆਪਣੀ ਆਪਣੀ ਕਲਾ ਦੇ ਨਾਲ ਮੰਗਲ ਚਾਰ ਗਾਉਂਦੇ, ਖੁਸ਼ੀ ਦੇ ਗੀਤ ਗਾਉਂਦੇ, ਵਧਾਈਆਂ ਗਾਉਂਦੇ ਹਨ। ਦਰਬ ਦੀਨ ਲੈ ਆਸ਼ਿਕ ਉਚਰਤ। ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਖੁੱਲਾ ਧਨ ਪਦਾਰਥ ਦਿੱਤਾ। ਗੁਰੂ ਘਰ ਕੋਈ ਆਵੇ ਨਿਰਾਸ਼ ਕਿਉਂ ਜਾਵੇ। ਸਾਧ ਸੰਗਤ ਜੀ ਇਹਨਾਂ ਵੰਡੇ ਰਿਉੜੀਆਂ ਮੁੜ ਆਪਣਿਆਂ ਨੂੰ। ਅੱਜ ਕੱਲ੍ਹ ਤੇ ਅਸੀਂ ਇਹ ਦੇਖਣਾ ਵੀ ਇਹ ਬੰਦਾ ਸਾਡਾ ਹੈ ਕਿ ਬਗਾਨਾ ਹੈ। ਗੁਰੂ ਘਰ 'ਚ ਗੱਲ ਕੋਈ ਨਹੀਂ, ਕੋਈ ਆ ਜਾਏ, ਰਾਸ਼ੀ ਆ ਜਾਏ, ਭਾਵੇਂ ਕੋਈ ਗਰੀਬ ਆ ਜਾਏ, ਭਾਵੇਂ ਕੋਈ ਹਿੰਦੂ ਮੁਸਲਮਾਨ ਫਕੀਰ ਆ ਜਾਏ, ਮਹਾਰਾਜ ਗੁਰੂ ਅਰਜਨ ਦੇਵ ਦੇ ਘਰ ਦਾਤਾਂ ਸਾਰਿਆਂ ਲਈ। ਇਹ ਗੁਰੂ ਸਾਹਿਬ ਦੀ ਖੇਡ ਹੈ। ਅਸੀਂ ਅੱਜ ਕੱਲ੍ਹ ਇੰਨੇ ਕੱਟੜ ਹੋ ਗਏ, ਪਹਿਲਾਂ ਦੇਖਦੇ ਹਾਂ ਵੀ ਕਿਰਪਾਨ ਉੱਤੋਂ ਦੀ ਪਾਈ ਕਿ ਨਹੀਂ ਪਾਈ, ਉਹਨੂੰ ਪ੍ਰਸ਼ਾਦਾ ਦੇਣਾ ਕਿ ਨਹੀਂ ਦੇਣਾ। ਖਾਲਸਾ ਜੀ ਐਸੀ ਗੱਲ ਇੱਕ ਤੰਗ ਦਿਲੀ ਵਾਲੀ ਨਹੀਂ ਹੋਣੀ ਚਾਹੀਦੀ। ਖਾਲਸਾ ਸਾਰੇ ਧਰਮਾਂ ਦੀ, ਸਾਰੀ ਦੁਨੀਆ ਦੇ ਲਈ ਸਾਂਝਾ ਹੈ। ਮਹਾਰਾਜ ਸਾਹਿਬ ਜੀ ਨੇ ਬਣਾਇਆ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਕੋਈ ਵੀ ਮਹਾਰਾਜ ਦੇ ਮਨੁੱਖ ਜਿਹੜਾ ਭਾਵੇਂ ਹਿੰਦੂ ਮੁਸਲਮਾਨ ਈਸਾਈ ਜੈਨੀ ਬੋਧੀ ਪਾਰਸੀ, ਕਿਸੇ ਧਰਮ ਕਿਸੇ ਮਜ਼ਹਬ ਕਿਸੇ ਦੇਸ਼ ਕਿਸੇ ਕੌਮ ਦਾ ਜਿਹੜਾ ਗੁਰੂ ਘਰ ਆ ਗਿਆ, ਉਹਨੂੰ ਆਪਾਂ ਬਰਾਬਰ ਸਤਿਕਾਰ ਮਾਣ ਦੇਣਾ। ਧੰਨ ਗੁਰੂ ਅਰਜਨ ਦੇਵ ਜੀ ਕੋ ਢਾਡੀ ਡੂਮ ਭਾਟ ਪਵਾਏ, ਗਾਏ ਕਲਾਵਤ ਮੰਗਲ ਚਾਰ। ਦਰਬ ਦੀਨ ਲੈ ਆਸ ਉਜਰਤ ਜੀਵੋ, ਜੁਗ ਜੁਗ ਪੁੱਤਰ ਤੁਮਾਰੋ। ਕਹਿੰਦੇ ਮਹਾਰਾਜ ਤੁਹਾਡਾ ਪੁੱਤਰ ਜੁਗ ਜੁਗ ਜਿਉਂਦਾ ਰਹੇ। ਹਾਂਜੀ, ਜੀਵੋ ਜੁਗ ਜੁਗ ਪੁੱਤਰ ਤੁਮਾਰ। ਆਪ ਜੀ ਦਾ ਪੁੱਤਰ ਜੁਗਾਂ ਤੱਕ ਜੀਵੇ, ਲੰਮੀਆਂ ਉਮਰਾਂ ਵਾਲਾ ਹੋਵੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਵਸਤਰ ਅੰਨ ਭੂਖਣ ਤੇ ਆਦਿਕ। ਸਾਧ ਸੰਗਤ ਜੀ ਬਹੁਤ ਸਾਰੇ ਬਸਤਰ ਗਰੀਬਾਂ ਵਿੱਚ ਮਹਾਰਾਜ ਨੇ ਵੰਡੇ। ਜਿਨ੍ਹਾਂ ਕੋਲ ਬਸਤਰ ਕੋਈ, ਉਹਨਾਂ ਨੂੰ ਬਸਤਰ ਦਿੱਤੇ। ਜਿਨ੍ਹਾਂ ਨੂੰ ਅੰਨ ਦੀ ਲੋੜ ਹੈ, ਅੰਨ ਦਿੱਤਾ। ਗੁਰੂ ਘਰ ਦੀਆਂ ਦਾਸੀਆਂ ਦਾਸ, ਉਹਨਾਂ ਨੂੰ ਮਾਤਾ ਗੰਗਾ ਜੀ ਨੇ ਬਹੁਤ ਸੁੰਦਰ ਗਹਿਣੇ ਵੀ ਵੰਡ ਦਿੱਤੇ ਹਨ। ਹਾਂਜੀ, ਬਖਸ਼ ਹੈ ਗੁਰੂ ਨਾ ਲਾਵੇ ਬਾਰ। ਤੇ ਮਹਾਰਾਜ ਦਈ ਜਾ ਰਹੇ ਨੇ ਦਾਤੇ, ਉਹਨਾਂ ਨੂੰ ਕੋਈ ਤੋਟ ਹੀ ਨਹੀਂ ਆ ਰਹੀ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹਾਂਜੀ, ਤੁਰਹੀ ਢੋਲ ਨਗਾਰੇ ਵੱਜ ਹੈ। ਗੁਰੂ ਘਰ 'ਚ ਤੁਰੀਆਂ ਵੱਜ ਰਹੀਆਂ ਨੇ, ਢੋਲ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ। ਮ੍ਰਿਦੁਲ ਮ੍ਰਿਦੰਗ ਰਬਾਬ ਸਤਾਰ। ਬੜੇ ਕੋਮਲ ਵਾਜੇ ਵੀ ਵੱਜ ਰਹੇ ਨੇ, ਮ੍ਰਿਦੰਗ ਵੱਜ ਰਹੇ ਨੇ, ਰਬਾਬਾਂ ਵੱਜ ਰਹੀਆਂ ਨੇ, ਸਿਤਾਰਾਂ ਵੱਜ ਰਹੀਆਂ ਨੇ। ਬੜੇ ਬੜੇ ਗੁਣੀ ਗਿਆਨੀ ਗੁਰਬਾਣੀ ਦਾ ਕੀਰਤਨ, ਮੰਗਲਾਚਾਰ, ਬਿਲਾਵਲ, ਆਸਾ ਏਦਾਂ ਦੇ ਰਾਗਾਂ ਵਿੱਚ ਗਾ ਰਹੇ ਨੇ ਤਾਂ ਕਿ ਖੁਸ਼ੀ ਦਾ ਮਾਹੌਲ ਬਣ ਜਾਵੇ। ਹਾਂਜੀ, ਗਾਵਹਿ ਸ਼ਬਦ ਰਬਾਬੀ ਰਾਗਨ। ਬੜੇ ਸੋਹਣੇ ਸੋਹਣੇ ਰਾਗੀ ਰਬਾਬੀ ਕੀਰਤਨ ਰਾਗਾਂ ਵਿੱਚ ਕਰਦੇ ਨੇ, ਰੀਝ ਕੇ ਬਾਣੀ ਗਾਉਂਦੇ ਹਨ। ਸਤਨਾਮ ਕੋ ਜਸ ਵਿਸਤਾਰ। ਸਤਨਾਮ ਸ੍ਰੀ ਵਾਹਿਗੁਰੂ ਦਾ ਜਸ ਸਾਰੇ ਪਾਸੇ ਪਸਰ ਰਿਹਾ ਹੈ। ਭਇਓ ਕੁਲਾਹਲ ਕੌਤਕ ਦੇਖ ਹੈ। ਸਾਰੇ ਪਾਸੇ ਕੁਲਾਹਲ ਹੋ ਰਿਹਾ, ਸਾਰੇ ਕੌਤਕ ਦੇਖ ਰਹੇ ਨੇ। ਪਾਵਹਿ ਨਟ ਬਾਜੀ ਹਿਤ ਧਾਰ। ਤੇ ਨਟ ਜਿਹੜੇ ਨੇ ਉਹ ਆ ਕੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ। ਆਪੋ ਆਪਣੀ ਕਲਾ ਨਾ, ਹੁਣ ਸਾਰਿਆਂ ਕੋਲ ਤਾਂ ਇੱਕ ਕਲਾ ਨਹੀਂ ਹੁੰਦੀ, ਵੱਖਰੀ ਵੱਖਰੀ ਕਰ। ਨਟ ਕਹਿੰਦੇ ਜੀ ਅਸੀਂ ਤਾਂ ਖਾੜਾ ਲਾਣਾ, ਬਾਜੀਆਂ ਪਾਣੀਆਂ, ਬਾਜੀ ਪਾਉਂਦੇ। ਭਲਵਾਨ ਕਹਿੰਦੇ ਜੀ ਅਸੀਂ ਕੁਸ਼ਤੀ ਕਰਨੀ। ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਤੁਸੀਂ ਕੁਸ਼ਤੀ ਕਰ ਲਓ। ਕੋਈ ਕਹਿੰਦਾ ਅਸੀਂ ਕਬੱਡੀ ਖੇਡਣੀ, ਮਾਰੇ ਕਹਿੰਦੇ ਭਾਈ ਤੁਸੀਂ। ਉਹ ਜੈਸੀ ਜੈਸੀ ਕਿਸੇ ਦੀ ਕਲਾ ਨਾ, ਉਹ ਆਪਣੀ ਕਲਾ ਖੁਸ਼ੀ 'ਚ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ, ਕਿਉਂਕਿ ਮਹਾਰਾਜ ਨੇ ਅੱਗੇ ਚੱਲ ਕੇ ਉਹ ਸਾਰਾ ਕੁਝ ਕਰਨਾ ਸੀ। ਖਾੜੇ ਲੱਗਣੇ ਸੀ ਭਲਵਾਨਾਂ ਦੇ, ਯੋਧਿਆਂ ਦੇ,
ਉਹ ਸਾਰਾ ਕੁਝ ਸ਼ੁਰੂ ਉਹਨਾਂ ਦੇ ਜਨਮ ਤੋਂ ਹੀ ਹੋ ਗਿਆ, ਸੁਤੇ ਸਿੱਧੀ ਹੋ ਗਿਆ। ਇਸ ਤਰ੍ਹਾਂ ਖੁਸ਼ੀਆਂ ਹੋਈਆਂ ਹਨ। ਹਾਂਜੀ, ਪਰ ਸਿੱਖ ਸੇਵਕ ਦੇ ਧਨ ਕੋ, ਹੋਰ ਸਿੱਖ ਸੇਵਕ ਲਿਆ ਲਿਆ ਕੇ ਮਾਇਆ ਅਰਦਾਸ ਕਰਾ ਰਹੇ ਨੇ, ਖੁਸ਼ੀਆਂ ਵਿੱਚ ਲੰਗਰਾਂ ਦੀ ਰਸਤਾਂ ਬਸਤਾਂ ਲਿਆ ਰਹੇ ਨੇ। ਹਾਂਜੀ, ਤੇ ਮੰਗਤ ਜੈਕਾਰ ਉਚਾਰ, ਤੇ ਮੰਗਤੇ ਲੈ ਲੈ ਕੇ ਜੈ ਜੈਕਾਰ ਕਰ ਰਹੇ ਨੇ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਦੀ ਖੁਸ਼ੀ ਮਨਾਈ ਜਾ ਰਹੀ ਹੈ। ਅੱਗੇ ਚੱਲ ਕੇ ਆਪਾਂ ਸਰਵਣ ਕਰਾਂਗੇ ਕਿਸ ਤਰ੍ਹਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਵੱਡੇ ਹੁੰਦੇ ਦਿਨੋਂ ਦਿਨ, ਤੇ ਉਹਨਾਂ ਦੀ ਬਾਲ ਲੀਲਾ ਕਿੱਦਾਂ ਦੀ ਹੈ, ਉਹ ਕਥਾ ਆਪਾਂ ਸਰਵਣ ਕਰਾਂਗੇ।